ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ, ਆਪ ਸਿਰਜਨਹਾਰੈ ਧਾਰਿਆ। ਸਿੱਖੀ ਅਤਿ ਸੰਗਤੀ, ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹੁ ਅਤੋਲੁ, ਤੇਰਾ ਅੰਤ ਨ ਪਾਰਾਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਈ। ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤੇ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖਹੁ ਸਰਣਾਈ। ਇਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖਹੁ ਸਰਣਾਈ। ਪਤਿਤ ਪਾਵਨ ਭਗਤ ਵਤਸਲ, ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਚਖੰਡ ਵਾਸੀ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ ਦੇ ਯਾਦਗਾਰੀ ਅਸਥਾਨ ਗੁਰਦੁਆਰਾ ਅਕਾਲ ਦਰਬਾਰ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਸੱਤਰਵਾਲਾ ਵਿਖੇ ਸਤਿਗੁਰੂ ਗਰੀਬ ਨਵਾਜ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਨਾਲ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਪੰਜ ਗੁਰਬਾਣੀਆਂ ਦੇ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਆਸਾ ਜੀ ਦੀ ਵਾਰ ਦਾ ਪਾਵਨ ਕੀਰਤਨ, ਗੁਰੂ ਕੇ ਪਿਆਰਿਆਂ ਨੇ ਬੜੇ ਪ੍ਰੇਮ ਦੇ ਨਾਲ ਕੀਤਾ ਹੈ। ਵਡਭਾਗੀ ਰੂਹਾਂ ਨੇ
ਅੰਮ੍ਰਿਤ ਵੇਲੇ ਤੋਂ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਅੰਮ੍ਰਿਤ ਬਾਣੀ ਨੂੰ ਗਾ ਸੁਣ ਕਰਕੇ ਭਾਰੀ ਲਾਹਾ ਪ੍ਰਾਪਤ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਫਲ ਦਰਸ਼ਨ ਕਰਕੇ ਵਡਭਾਗੇ ਬਣੇ ਹਨ। ਗੁਰੂ ਕੇ ਪਿਆਰਿਓ, ਬੈਠਾ ਸੋਢੀ ਪਾਤਸ਼ਾਹੋ, ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ, ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਧੰਨ ਧੰਨ ਸਤਿਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ। ਸੱਚੇ ਪਾਤਸ਼ਾਹ ਜੀ ਦੇ ਗਰੀਬ ਨਵਾਜ਼ ਜੀ ਦੇ ਮੁਬਾਰਕ ਅਵਤਾਰ ਦਿਹਾੜੇ ਨੂੰ ਜੋ ਸਤਿਗੁਰੂ ਗਰੀਬ ਨਵਾਜ਼ ਜੀ ਨੇ ਸੰਮਤ 1591 ਕੱਤਕ ਵਦੀ ਦੂਜ ਸੱਚੇ ਪਾਤਸ਼ਾਹ ਜੀ ਨੇ ਲਾਹੌਰ ਦੀ ਧਰਤੀ ਦੇ ਉੱਪਰ ਚੂੰਡਾ ਮੰਡੀ ਬਾਜ਼ਾਰ ਪਿਤਾ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਔਰ ਦੂਜਾ ਨਾਮ ਮਾਤਾ ਜੀ ਦਾ ਖੀਮ ਕੌਰ ਜੀ ਵੀ ਆਉਂਦਾ ਹੈ। ਸੋ ਮਾਤਾ ਦਇਆ ਕੌਰ ਜੀ ਦੀ ਕੁੱਖ ਨੂੰ ਭਾਗ ਲਾਉਂਦਿਆਂ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਅਵਤਾਰ ਧਾਰਿਆ। ਸਤਿਗੁਰੂ ਗਰੀਬ ਨਵਾਜ਼ ਜੀ ਦੇ ਪਾਵਨ ਅਵਤਾਰ ਨੂੰ ਆਗਮਨ ਪੁਰਬ ਨੂੰ ਸਾਰੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਨਗਰਾਂ ਸ਼ਹਿਰਾਂ ਦੇ ਵਿੱਚ, ਸੋ ਭਾਰਤ ਵਿੱਚ ਸਾਰੇ ਸਟੇਟਾਂ ਦੇ ਵਿੱਚ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਗੁਰੂ ਕੇ ਸਿੱਖ ਹਨ, ਜਥਾ ਸ਼ਕਤ ਜਥਾ ਆਪਣੀ ਸਮਰੱਥਾ ਦੇ ਅਨੁਸਾਰ ਸਾਰੇ ਚੜ੍ਹਦੀ ਕਲਾ ਨਾਲ ਮਨਾ ਰਹੇ ਹਨ। ਔਰ ਵਿਸ਼ੇਸ਼ ਕਰਕੇ ਸਤਿਗੁਰੂ ਗਰੀਬ ਨਵਾਜ਼ ਜੀ ਦੇ ਪਾਵਨ ਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੋ ਰਾਮਦਾਸਪੁਰ ਹੈ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਸਾਰਾ ਪੰਥ ਮਨਾ ਰਿਹਾ। ਧੰਨ ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੋ ਆਗਮਨ ਪੁਰਬ ਦੇ ਸੰਬੰਧ ਵਿੱਚ ਕੁਝ ਸਮੇਂ ਵਾਸਤੇ ਗੁਰੂ ਕੇ ਪਿਆਰਿਓ ਇਹ ਕਥਾ ਵਿਚਾਰ ਹੋਵੇਗੀ। ਧੰਨ ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਮੁਬਾਰਕ ਆਪਣੇ ਗੁਰੂ ਕੇ ਪਿਆਰਿਓ ਪਾਵਨ ਅਵਤਾਰ ਨੂੰ ਧਾਰਨ ਕੀਤਾ, ਅੰਮ੍ਰਿਤ ਵੇਲੇ ਸਾਰੀ ਕਾਇਨਾਤ ਵਿੱਚ ਆਨੰਦ ਦਾ ਮਾਹੌਲ ਛਾ ਗਿਆ। ਭਇਆ ਆਨੰਦ ਜਗਤ ਵਿੱਚ
ਕਲ ਧਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਸਾਹਿਬ ਜੀ ਨੇ ਚੌਥਾ ਅਵਤਾਰ ਆਪਣਾ ਸਰੂਪ ਧਾਰਿਆ ਕਲ ਯੁਗ ਨੂੰ ਤਾਰਨ ਵਾਸਤੇ। ਸੋ ਅੰਮ੍ਰਿਤ ਵੇਲੇ ਦੁੱਧ ਦੀਆਂ ਨਦੀਆਂ ਵਹੀਆਂ, ਸਾਰਿਆਂ ਦੇ ਹਿਰਦੇ ਵਿੱਚ ਕੁਦਰਤੀ ਆਨੰਦ ਬਿਨਾਂ ਕਿਸੇ ਉਤਸਵ ਦੇ ਛਾ ਗਿਆ। ਇਸ ਤਰ੍ਹਾਂ ਜੋ ਸਾਧੂ ਮਹਾਤਮਾ ਪਰਮੇਸ਼ਰ ਦੇ ਮੰਨਣ ਵਾਲੇ ਆਸਤਕ ਸਨ, ਜੋ ਜਿਨ੍ਹਾਂ ਨੇ ਵੀ ਖੁਸ਼ੀਆਂ ਮਨਾਈਆਂ, ਸਾਰੀ ਪ੍ਰਕਿਰਤੀ ਨੇ ਖੁਸ਼ੀਆਂ ਮਨਾਈਆਂ, ਮਾਤਾ ਪਿਤਾ ਜੀ ਨੇ ਬੜੀਆਂ ਖੁਸ਼ੀਆਂ ਕੀਤੀਆਂ, ਹੋਰ ਸਾਰੇ ਪਰਿਵਾਰ ਸੰਬੰਧੀਆਂ ਨੇ। ਗੁਰੂ ਕੇ ਪਿਆਰਿਓ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਜੋ ਬਚਪਨ ਦੀ ਇਹ ਬਾਲ ਲੀਲਾ ਹੈ ਨਾ, ਬੜੀ ਅਨੋਖੀ ਹੈ ਔਰ ਬੜੀ ਸਾਦਗੀ ਵਾਲੀ। ਘਰ ਵਿੱਚ ਸੋ ਕੋਈ ਬਹੁਤਾ ਅਮੀਰੀ ਨਹੀਂ ਹੈ। ਸਾਨੂੰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਨੇ ਆਪਣਾ ਬਚਪਨ ਜੋ ਹੈ ਉਹ ਸਾਦਗੀ ਵਿੱਚ ਬਤੀਤ ਕੀਤਾ। ਸੋ ਮਾਤਾ ਜੀ ਨੇ ਘੁੰਗਣੀਆਂ ਵੇਚਣ ਵਾਸਤੇ ਛੋਲੇ ਉਬਾਲ ਕੇ ਦਿੱਤੇ, ਭੇਜਿਆ। ਇੱਕ ਸਾਧੂ ਮਹਾਤਮਾ ਜੋ ਸਰੀਰ ਕਰਕੇ ਭੁੱਖੇ ਸਨ, ਆ ਕੇ ਮੰਗੀਆਂ ਕਿ ਮੈਨੂੰ ਘੁੰਗਣੀਆਂ ਦਿਓ, ਮੈਂ ਭੁੱਖਾ ਹਾਂ। ਬੁੱਕ ਭਰ ਕੇ ਉਹਦੀ ਝੋਲੀ ਪਾਇਆ, ਉਹ ਛਕ ਲਿਆ। ਕਹਿਣ ਲੱਗੀ ਹੋਰ। ਇਸੇ ਤਰ੍ਹਾਂ ਹੋਰ ਪਾਈਆਂ। ਅਖੀਰ ਨੂੰ ਸਾਰੀ ਉਹ ਜੋ ਪਰਾਤ ਚੰਗੇਰ ਸੀ ਉਹ ਖਾਲੀ ਕਰਤੀ। ਘਰ ਆਏ, ਮਾਤਾ ਜੀ ਥੋੜ੍ਹੇ ਨਾਰਾਜ਼ ਹੋਏ ਕਿ ਤੁਹਾਨੂੰ ਤਾਂ ਘੁੰਗਣੀਆਂ ਵੇਚਣ ਵਾਸਤੇ ਭੇਜਿਆ ਸੀ, ਤੁਸੀਂ ਇਹ ਸਾਰੀ ਸੇਵਾ ਕਰਕੇ ਆ ਗਏ ਹੋ। ਗੁਰੂ ਕੇ ਪਿਆਰਿਓ, ਝਿੜਕ ਖਾ ਕੇ ਬਾਹਰ ਨਿਕਲੇ। ਸੰਗਤ ਜਾ ਰਹੀ ਸੀ ਗੋਇੰਦਵਾਲ ਸਾਹਿਬ ਨੂੰ, ਉਹਨਾਂ ਨਾਲ ਮਿਲ ਕੇ ਗੋਇੰਦਵਾਲ ਸਾਹਿਬ ਪਹੁੰਚ ਗਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਤਤਪਰ ਹੋ ਗਏ। ਬਹੁਤ ਭਾਰੀ ਸੇਵਾ ਕਰਦੇ ਰਹੇ। ਸਮਾਂ ਆਇਆ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਮਹਿਲ ਸਤਿਗੁਰੂ ਜੀ ਨੂੰ ਪੁੱਛਦੇ ਆ ਕਿ ਆਪਣੀ ਸਪੁੱਤਰੀ ਬੀਬੀ ਭਾਨੀ ਵਰ ਦੇ ਯੋਗ ਹੈ, ਉਹਨਾਂ ਵਾਸਤੇ ਵਰ ਲੱਭੋ ਆਪ ਜੀ। ਸਤਿਗੁਰਾਂ ਨੇ ਪੁੱਛਿਆ ਕਿ ਵਰ ਕਿਹੋ ਜਿਹਾ ਹੋਵੇ। ਤੇ ਇਸ ਸਮੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਿਰ ਦੇ ਉੱਪਰ ਕਾਰ ਸੇਵਾ ਕਰ ਰਹੇ ਸੀ ਨਾ, ਟੋਕਰੀ ਚੁੱਕੀ ਜਾ ਰਹੇ ਸਨ। ਕਹਿਣ ਲੱਗੇ ਇਹੋ ਜਿਹਾ ਵਰ ਹੋਵੇ, ਇਹਨਾਂ ਵਰਗਾ ਹੋਵੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਵੱਲ ਵੇਖ ਕਰਕੇ
ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕੀਤੇ ਕਿ ਇਹਨਾਂ ਵਰਗੇ ਤਾਂ ਇਹ ਆਪ ਹੀ ਹਨ। ਇਹਨਾਂ ਵਰਗਾ ਹੋਰ ਕੋਈ ਨਹੀਂ। ਇਸ ਤਰ੍ਹਾਂ ਗੁਰੂ ਕੇ ਪਿਆਰਿਓ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਾਸ ਬੁਲਾਇਆ, ਪੁੱਛਿਆ ਸਾਰਾ ਕਿ ਕਿੱਥੋਂ ਦੇ ਰਹਿਣ ਵਾਲੇ ਹੋ, ਕਿਹੜੀ ਕੋਲ ਹੈ। ਸਤਿਗੁਰੂ ਗਰੀਬ ਨਿਵਾਜ ਜੀ ਨੇ ਸੋ ਆਪਣੀ ਪਿਆਰੀ ਸਪੁੱਤਰੀ ਦਾ ਰਿਸ਼ਤਾ ਪੱਕਾ ਕਰ ਦਿੱਤਾ। ਗੁਰੂ ਪਿਆਰਿਓ, ਮਾਤਾ ਪਿਤਾ ਜੀ ਨੂੰ ਸੱਦ ਕੇ ਇਸ ਪ੍ਰਕਾਰ ਰਿਸ਼ਤਾ ਪੂਰਾ ਜੋ ਪੱਕਾ ਕਰ ਦਿੱਤਾ। ਜੋ ਪ੍ਰਚਲਿਤ ਬਾਤ ਇਹ ਜੋ ਸਾਖੀ ਹੈ ਇਸ ਪ੍ਰਕਾਰ ਹੈ ਕਿ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਮਾਤਾ ਪਿਤਾ ਜੀ ਬਚਪਨ ਵਿੱਚ ਗੁਜ਼ਰ ਗਏ ਸਨ, ਸਰੀਰ ਛੱਡ ਗਏ ਸਨ। ਨਾਨੀ ਨੇ ਬਾਸਰ ਕੇ ਲਿਆਂਦਾ ਔਰ ਇਹਨਾਂ ਦਾ ਨਾਮ ਜੇਠਾ ਜੀ। ਪਰ ਗੁਰੂ ਕੇ ਪਿਆਰਿਓ, ਮਹਾਂਪੁਰਖਾਂ ਨੇ ਵਿਦਿਆ ਮਾਰਤੰਡ ਦਮਦਮੀ ਟਕਸਾਲ ਦੇ 12ਵੇਂ ਮੁਖੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਸਤਿਗੁਰੂ ਜੀ ਦਾ ਪਾਵਨ ਇਤਿਹਾਸ ਲਿਖਿਆ। ਉਹਦੇ ਵਿੱਚ ਇਸੇ ਪ੍ਰਕਾਰ ਹੀ ਲਿਖਿਆ। ਔਰ ਜਿਨ੍ਹਾਂ ਨੂੰ ਕਵੀ ਰਾਜ ਕਹਿੰਦੇ ਹਾਂ, ਕਵੀ ਰਾਜ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਬਹੁਤ ਹੀ ਵੱਡਾ ਇਹ ਗੁਰੂ ਕੇ ਇਤਿਹਾਸ ਦਾ ਖਜ਼ਾਨਾ ਇਹ ਲਿਖਣਾ ਕੀਤਾ ਹੈ, ਸਿੱਖ ਪੰਥ ਦੀ ਝੋਲੀ ਪਾਇਆ ਹੈ। ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਵੀ ਇਸੇ ਤਰ੍ਹਾਂ ਹੀ ਲਿਖਿਆ। ਉਹਨਾਂ ਨੇ ਵੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਂ ਇਸੇ ਤਰ੍ਹਾਂ ਹੀ ਲਿਖਿਆ ਹੈ, ਨਾ ਕਿ ਭਾਈ ਜੇਠਾ। ਔਰ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਵੀ ਗੁਰੂ ਕੇ ਪਿਆਰਿਓ ਭਾਈ ਜੇਠਾ ਅੱਖਰ ਕਿਤੇ ਨਹੀਂ ਆਇਆ। ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਵੀ ਕਿਤੇ ਨਹੀਂ ਆਇਆ। ਸੰਪਰਦਾਇ ਵਿੱਚ ਵੀ ਇਸੇ ਤਰ੍ਹਾਂ ਹੀ ਮੰਨਿਆ। ਅਤੇ ਭਾਈ ਸੰਤੋਖ ਸਿੰਘ ਜੀ ਨੇ ਵੀ ਜੇਠਾ ਸ਼ਬਦ ਨਹੀਂ ਕਿਤੇ ਲਿਖਿਆ। ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਨਾਮ ਬਾਬਾ ਲਹਿਣਾ ਆਇਆ ਹੈ। ਉਹ ਧੁਰ ਕੀ ਬਾਣੀ ਵਿੱਚ ਵੀ ਹੈ। ਲਹਿਣਾ ਸ਼ਬਦ ਬਹੁਤ ਵਾਰ ਆਇਆ। ਲਹਿਣ ਤਰਿਓਨ ਛਤਰ ਸਿਰ, ਸੋ ਇਸ ਪ੍ਰਕਾਰ ਭਾਈ ਗੁਰਦਾਸ ਜੀ ਨੇ ਵੀ ਲਹਿਣਾ ਅੱਖਰ ਜੋ ਲਿਖਿਆ ਹੈ। ਪਰ ਭਾਈ ਗੁਰਦਾਸ ਜੀ ਔਰ ਅੰਮ੍ਰਿਤ ਬਾਣੀ ਵਿੱਚ ਤੇ ਗੁਰ ਇਤਿਹਾਸ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਜੋ ਲਿਖਿਆ, ਜੇਠਾ ਸ਼ਬਦ ਕਿਤੇ ਨਹੀਂ ਆਇਆ। ਰਹੋ ਵਿਚਾਰ। ਇਸ ਕਰਕੇ ਦਾਸ ਇਹ ਸ਼ਬਦ ਜੋ ਹੈ ਧੰਨ ਗੁਰੂ ਰਾਮਦਾਸ ਜੀ ਦਾ ਹੀ ਨਾਮ ਇੱਥੇ ਜ਼ਿਕਰ ਕਰੇਗਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋ ਪਾਵਨ ਅਵਤਾਰ ਹੈ, 1591 ਬਿਕਰਮੀ ਕੱਤਕ ਵਦੀ ਦੂਜ ਮੁਤਾਬਕ 2 ਨਵੰਬਰ ਔਰ 1600
35 ਬਣਦਾ ਹੈ। ਗੁਰੂ ਕੇ ਪਿਆਰਿਓ, ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਚਰਨ ਸ਼ਰਨ ਵਿੱਚ ਬਚਪਨ ਤੋਂ ਆਏ ਸੇਵਾ ਕਾਲ ਕਮਾਈ ਕੀਤੀ ਔਰ 1612 ਬਿਕਰਮੀ ਨੂੰ ਬੀਬੀ ਭਾਨੀ ਜੀ ਦੇ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਨੰਦ ਕਾਰਜ ਹੋਇਆ। ਆਨੰਦ ਕਾਰਜ ਦੇ ਉਪਰੰਤ ਸੋ ਇਸੇ ਤਰ੍ਹਾਂ ਹੀ ਦੋਨੋਂ ਪਤੀ ਸਤੀ ਦੰਪਤੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਵਿੱਚ ਤਤਪਰ ਰਹੇ, ਬੜੀ ਭਾਰੀ ਸੇਵਾ ਕਾਲ ਕਮਾਈ ਕੀਤੀ। ਸਾਹਿਬਜ਼ਾਦਿਆਂ ਨੇ ਸਤਿਗੁਰੂ ਜੀ ਦੇ ਘਰ ਵਿੱਚ, ਧੰਨ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਜਨਮ ਧਾਰਿਆ। ਬਾਬਾ ਪਿਰਥੀ ਚੰਦ ਜੀ ਦਾ 1616 ਈਸਵੀ ਦਾ ਜਨਮ ਹੈ। ਬਾਬਾ ਮਹਾਦੇਵ ਜੀ ਦਾ 1618। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ 1620 ਬਿਕਰਮੀ ਦਾ ਅਵਤਾਰ ਹੈ। ਇਸ ਪ੍ਰਕਾਰ ਸਤਿਗੁਰੂ ਗਰੀਬ ਨਿਵਾਜ ਜੀ ਦੇ ਹਜ਼ੂਰ ਰਹਿੰਦਿਆਂ ਬੜੀ ਭਾਰੀ ਕਾਲ ਕਮਾਈ, ਨਿਮਰਤਾ, ਪ੍ਰੇਮ ਦੇ ਨਾਲ ਧੰਨ ਗੁਰੂ ਰਾਮਦਾਸ ਜੀ ਨੇ ਕੀਤੀ। ਲੰਗਰ ਦੀ ਸੇਵਾ, ਇਸੇ ਤਰ੍ਹਾਂ ਬਰਤਨ ਸੋਧਣ ਦੀ ਅਤੇ ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਗੁਰੂ ਕੇ ਪਿਆਰਿਓ ਸਦਾ ਹਾਜ਼ਰ ਰਹਿਣਾ, ਸਾਵਧਾਨ ਰਹਿਣਾ। ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਜੋ ਵੀ ਹੁਕਮ ਕਰਨਾ, ਧੰਨ ਗੁਰੂ ਰਾਮਦਾਸ ਗਰੀਬ ਨਿਵਾਜ ਜੀ ਨੇ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ। ਇਸ ਪ੍ਰਕਾਰ ਸੇਵਾ ਵਿੱਚ ਤਤਪਰ ਰਹਿਣਾ, ਹੁਕਮ ਨੂੰ, ਆਗਿਆ ਨੂੰ ਉਡੀਕਦੇ ਰਹਿਣਾ ਕਿ ਕਦੋਂ ਆਗਿਆ ਹੋਵੇ ਤੇ ਮੈਂ ਉਹ ਕਾਰਜ ਕਰਾਂ। ਗੁਰੂ ਪ੍ਰੇਮੀਓ, ਸੇਵਾ ਕਰਕੇ ਨਿਮਰਤਾ ਦੇ ਨਾਲ, ਭਾਵਨਾ ਦੇ ਨਾਲ ਸਤਿਗੁਰੂ ਜੀ ਨੂੰ ਪ੍ਰਸੰਨ ਕਰ ਲਿਆ। ਹੁਣ ਪਰਖ ਅਖੀਰਲੀ ਸਤਿਗੁਰੂ ਗਰੀਬ ਨਿਵਾਜ ਜੀ ਨੇ ਕੀਤੀ। ਪ੍ਰੇਮ ਭਾਵੇਂ ਪਹਿਲਾਂ ਬਹੁਤ ਹੈ ਔਰ ਮਨ ਪ੍ਰਸੰਨ ਹੈ, ਕਿਉਂਕਿ ਸਤਿਗੁਰੂ ਜੀ ਨੂੰ ਪੂਰਨ ਪਾਰ ਬ੍ਰਹਮ ਰੂਪ ਜਾਣਿਆ। ਇਹ ਨਹੀਂ ਜਾਣਿਆ ਕਿ ਮੈਂ ਇਸ ਘਰ ਦਾ ਜਵਾਈ ਹਾਂ। ਗੁਰੂ ਪਿਆਰਿਓ, ਭਾਵੇਂ ਲਾਹੌਰ ਤੋਂ ਸੋਢੀ ਜੋ ਬਰਾਦਰੀ ਦੇ ਇਹ ਸੰਬੰਧੀ ਆਏ ਸਨ,
ਅੱਗੇ ਯਾਤਰਾ ਨੂੰ ਚੱਲੇ। ਇਹਨਾਂ ਸੋਚਿਆ ਕਿ ਗੋਇੰਦਵਾਲ ਸਾਹਿਬ ਤੋਂ ਲੰਘਣਾ, ਚਲੋ ਆਪਣੇ ਭਾਈ ਹਰਦਾਸ ਜੀ ਦਾ ਸਪੁੱਤਰ ਇੱਥੇ ਸ਼੍ਰੀ ਰਾਮਦਾਸ ਜੀ ਰਹਿੰਦੇ ਆ, ਉਹਨਾਂ ਨੂੰ ਮਿਲ ਚੱਲਦੇ ਆ। ਜਦੋਂ ਪੁੱਛਿਆ ਕਿੱਥੇ ਹਨ, ਕਿਸੇ ਸਿੱਖ ਨੇ ਦੱਸਿਆ ਕਿ ਉਹ ਦੇਖੋ ਸਾਹਮਣੇ ਜੋ ਸਿਰ ਦੇ ਉੱਪਰ ਟੋਕਰੀ ਚੁੱਕੀ ਜਾ ਰਹੇ ਹਨ, ਕਾਰ ਸੇਵਾ ਵਾਲੀ, ਉਹ ਹਨ। ਸੋ ਵੇਖ ਕਰਕੇ ਮਨ ਦੇ ਵਿੱਚ ਗਿਲਾਨੀ ਕੀਤੀ, ਤਰਕਾਂ ਕੀਤੀਆਂ। ਕਹਿਣ ਲੱਗੇ ਇਹ ਕੀ ਕਰ ਰਿਹਾ? ਸਹੁਰੇ ਘਰ ਆ ਕਰਕੇ ਸੋ ਗੁਲਾਮ ਬਣ ਕੇ ਤੇ ਨੌਕਰ ਬਣ ਕੇ ਜ਼ਿੰਦਗੀ ਜਿਉ ਰਿਹਾ, ਸਾਡਾ ਸਿਰ ਨੀਵਾਂ ਕਰ ਦਿੱਤਾ, ਸਾਡਾ ਨੱਕ ਵੱਢ ਦਿੱਤਾ, ਵਢਾ ਦਿੱਤਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸ ਜਾ ਕਰਕੇ ਸਤਿਗੁਰਾਂ ਨੂੰ ਵੀ ਕਹਿਣ ਲੱਗੇ, ਮਹਾਰਾਜ ਇਹ ਤਾਂ ਅਣਦਾਨ ਸੀ, ਇਹ ਤਾਂ ਛੋਟੀ ਉਮਰ ਹੈ, ਇਹਨੂੰ ਪਤਾ ਨਹੀਂ ਹੈ। ਪਰ ਆਪ ਜੀ ਨੂੰ ਤੇ ਪਤਾ ਨਾ ਕਿ ਪ੍ਰਾਹੁਣਿਆਂ ਦਾ, ਰਿਸ਼ਤੇਦਾਰਾਂ ਦਾ ਕਿਵੇਂ ਸਤਿਕਾਰ ਰੱਖੀਦਾ। ਆਪ ਜੀ ਜਵਾਈ ਭਾਈ ਤੋਂ ਨੌਕਰਾਂ ਵਾਂਗ ਇਹ ਕੰਮ ਕਰਾ ਰਹੇ ਹੋ। ਇੰਨੇ ਚਿਰ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਆ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਮੱਥਾ ਟੇਕਿਆ ਔਰ ਬੇਨਤੀ ਕਰਨ ਲੱਗੇ, ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਪਾਸ, ਸਤਿਗੁਰੂ ਜੀ ਇਹ ਅਣਜਾਣ ਲੋਕ ਹਨ, ਇਹ ਭੁੱਲੜ ਹਨ, ਇਹ ਆਪ ਜੀ ਦੀ ਮਹਿਮਾ ਨੂੰ ਨਹੀਂ ਜਾਣਦੇ। ਜੋ ਇਹਨਾਂ ਨੇ ਕਿਹਾ ਹੈ ਉਹਦੇ ਵਾਸਤੇ ਆਪ ਜੀ ਮੈਨੂੰ ਮਾਫੀ ਬਖਸ਼ੋ, ਕਿਰਪਾ ਕਰਕੇ ਇਹ ਭੁੱਲ ਦੀ ਮੈਨੂੰ ਖਿਮਾ ਬਖਸ਼ੋ। ਇਸ ਪ੍ਰਕਾਰ ਬੇਨਤੀਆਂ ਕੀਤੀਆਂ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਸ ਵੇਲੇ ਗੁਰੂ ਕੇ ਪਿਆਰਿਓ ਬ੍ਰਾਹਮਣਾਂ ਤੇ ਕਾਜ਼ੀਆਂ ਨੇ, ਮਲਾਣਿਆਂ ਨੇ ਸਤਿਗੁਰੂ ਜੀ ਦੀ ਸ਼ਿਕਾਇਤ ਅਕਬਰ ਬਾਦਸ਼ਾਹ ਦੇ ਪਾਸ ਕੀਤੀ, ਤਾਂ ਸਤਿਗੁਰੂ ਮਹਾਰਾਜ ਜੀ ਨੇ ਸ੍ਰੀ ਰਾਮਦਾਸ ਜੀ ਨੂੰ ਉੱਥੇ ਭੇਜਣ ਵਾਸਤੇ ਸੋ ਮਨ ਵਿੱਚ ਵਿਚਾਰਿਆ, ਕੋਲ ਸੱਦਿਆ। ਜਿਸ ਸਮੇਂ ਹੁਕਮ ਕੀਤਾ ਕਿ ਤੁਸੀਂ ਉੱਥੇ ਜਾਣਾ, ਅੱਗੋਂ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਅਣਜਾਣ ਹਾਂ, ਮੈਨੂੰ ਕੋਈ ਪਤਾ ਨਹੀਂ। ਉੱਥੇ ਵੇਦ ਪੜ੍ਹੇ ਜੋ ਸ਼ਾਸਤਰੀ ਔਰ ਵੇਦਾਂ ਦੇ ਗਿਆਤਾ ਜਿਹੜੇ ਆ ਇਹ ਪੰਡਿਤ ਹੋਣਗੇ, ਮੈਂ ਅਨਪੜ੍ਹ ਹਾਂ। ਗੁਰੂ ਕੇ ਪਿਆਰਿਓ ਤਿਸ ਸਮੇਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਪ੍ਰੇਮ ਦੇ ਨਾਲ ਇਹ ਬਚਨ ਕਿਹਾ ਕਿ ਜਦੋਂ ਤੁਸੀਂ ਬਾਦਸ਼ਾਹ ਦੀ ਕਚਹਿਰੀ ਵਿੱਚ ਜਾਓਗੇ, ਉਹਦੇ ਦਰਬਾਰ ਵਿੱਚ ਜਾਓਗੇ, ਕਿਸੇ ਵੀ ਗੱਲ ਦਾ ਉੱਤਰ ਦੇਣਾ ਤਾਂ ਸਾਨੂੰ ਤੁਸੀਂ ਯਾਦ ਕਰ ਲੈਣਾ, ਆਪਣੇ ਸੱਜੇ ਮੋਢੇ ਵੱਲ ਵੇਖਣਾ, ਸੱਜੀ ਬਾਂਹ ਵੱਲ ਵੇਖ ਕੇ ਨਾ ਸਾਨੂੰ ਯਾਦ ਕਰਨਾ। ਤੁਹਾਨੂੰ ਸਾਰੀ ਵਿਦਿਆ ਸਫੁਰਨ ਹੋ ਜਾਏਗੀ। ਗੁਰੂ ਕੇ ਪਿਆਰਿਓ ਧੰਨ ਗੁਰੂ ਗਰੀਬ ਨਵਾਜ ਜੀ ਨੇ ਇਸੇ ਤਰ੍ਹਾਂ ਹੀ ਜਦੋਂ ਬਾਦਸ਼ਾਹ ਦੇ ਦਰਬਾਰ ਵਿੱਚ ਗਏ, ਕਾਜ਼ੀਆਂ, ਮਲਾਣਿਆਂ ਨੇ, ਬਾਹਮਣਾਂ ਨੇ ਜੋ ਸ਼ਿਕਾਇਤ ਕੀਤੀ ਸੀ, ਉਸ ਸਮੇਂ ਜਦੋਂ ਸਤਿਗੁਰੂ ਰਾਮਦਾਸ ਮਹਾਰਾਜ ਜੀ ਪਹੁੰਚੇ ਹਨ, ਅਕਬਰ ਕਹਿਣ ਲੱਗਾ ਕਿ ਤੁਸੀਂ ਸਤਿਗੁਰੂ ਅਮਰਦਾਸ ਜੀ ਦੇ ਸੇਵਾਦਾਰ ਆਏ ਆ,
ਜੋ ਪੁੱਛਣਾ ਚਾਹੁੰਦੇ ਹੋ ਉਹਨਾਂ ਤੋਂ ਪੁੱਛ ਲਓ। ਕਹਿਣ ਲੱਗੇ ਜੀ ਪੁੱਛਣਾ ਕੀ ਆ, ਇਹ ਤਾਂ ਸਾਰਾ ਕੁਝ ਹੀ ਇਹ ਨਵਾਂ ਹੀ ਬਣਾਈ ਫਿਰਦੇ ਆ, ਇਹਨਾਂ ਨੇ ਨਵਾਂ ਹੀ ਧਰਮ ਚਲਾ ਲਿਆ, ਇਹ ਤਾਂ ਵੇਦਾਂ ਸ਼ਾਸਤਰਾਂ ਨੂੰ ਪੜ੍ਹਦੇ ਨਹੀਂ, ਇਹ ਕਰਮ ਕਾਂਡ ਨੂੰ ਮੰਨਦੇ ਹੀ ਨਹੀਂ। ਗੁਰੂ ਅਮਰਦਾਸ ਨੇ ਤਾਂ ਇਹ ਲੰਗਰ ਦੀ ਪ੍ਰਥਾ ਚਲਾਈ ਹੈ, ਸਾਰਿਆਂ ਨੂੰ ਇੱਕੋ ਥਾਂ ਬਿਠਾ ਕੇ। ਅਸੀਂ ਬਾਹਮਣ ਲੋਕ, ਅਸੀਂ ਤਾਂ ਕਾਰਾਂ ਕੱਢ ਕੇ ਚੌਂਕਾ ਜਿਹੜਾ ਨਾ ਸਜਾ ਕੇ ਉਹਦੇ ਵਿੱਚ ਖਾਂਦੇ ਆ। ਪਰ ਇਹ ਕਿਸੇ ਨੂੰ ਨਹੀਂ ਮੰਨਦੇ, ਸਾਰਿਆਂ ਨੂੰ ਇੱਕੋ ਪੰਗਤ 'ਚ ਊਚ ਨੀਚ ਦਾ ਭੇਦ ਭਾਵ ਵੀ ਮਿਟਾਤਾ ਇਹਨਾਂ ਨੇ। ਇਹ ਬਾਦਸ਼ਾਹ ਸਲਾਮਤ, ਹੋਰ ਕੀ ਦਸੀਏ ਇਹਨਾਂ ਨੂੰ, ਤਾਂ ਗਾਇਤਰੀ ਵੀ ਨਹੀਂ, ਮੰਤਰ ਵੀ ਨਹੀਂ ਆਉਂਦਾ ਹੋਣਾ, ਜੇ ਆਉਂਦਾ ਤੇ ਸੁਣਾ ਦੇਣ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਨੂੰ ਯਾਦ ਕਰਕੇ ਆਪਣੇ ਸੱਜੇ ਡੌਲੇ ਵੱਲ ਵੇਖਿਆ, ਸਾਰੀਆਂ ਵਿਦਿਆ ਸਪੂਰਨ ਹੋ ਗਈਆਂ। ਮਹਾਰਾਜ ਕਹਿਣ ਲੱਗੇ ਕਿ ਪੰਡਤੋ, ਗਾਇਤਰੀ ਮੰਤਰ ਇਹ ਗੁਪਤ ਗਾਉਂਦੇ ਆ, ਗੁਪਤ ਜਪਦੇ ਆ, ਪਰ ਜੇ ਤੁਸੀਂ ਕਹਿੰਦੇ ਹੋ ਤੁਹਾਡੇ ਅਨੁਸਾਰ ਇਹ ਪਾਪ ਆ, ਤੁਹਾਡੇ ਧਰਮ ਅਨੁਸਾਰ ਉੱਚੀ ਪੜ੍ਹਨਾ, ਇਹ ਗੋਪ ਰੱਖਣਾ ਹੁੰਦਾ ਮੰਤਰ, ਪਰ ਜੇ ਤੁਸੀਂ ਕਹਿੰਦੇ ਹੋ ਤਾਂ ਅਸੀਂ ਉੱਚੀ ਸੁਣਾ ਦਿੰਦੇ ਹਾਂ, ਉਹਦਾ ਪਾਪ ਤੁਹਾਨੂੰ ਹੀ ਆ। ਇਹ ਕਹਿ ਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਜੋ ਧੁਨ ਉਚਾਰਨ ਕੀਤੀ, ਇਹਦੇ ਨਾਲ ਸਾਰੇ ਹੀ ਸੁੰਨ ਹੋ ਗਏ। ਓਮ ਦੀ ਧੁਨ ਦੇ ਨਾਲ ਸਾਰੇ ਹੀ ਸੁੰਨ ਹੋ ਗਏ, ਕਿਸੇ ਨੂੰ ਕੁਝ ਵੀ ਚੇਤਾ ਨਾ ਰਿਹਾ ਕਿ ਕੀ ਪੁੱਛੀਏ ਇਹਨਾਂ ਤੋਂ। ਸਤਿਗੁਰੂ ਰਾਮਦਾਸ ਮਹਾਰਾਜ ਜੀ ਦੀ ਜਿੱਤ ਹੋਈ। ਉਸ ਵੇਲੇ ਅਕਬਰ ਬਾਦਸ਼ਾਹ ਕਹਿਣ ਲੱਗਾ ਕਿ ਸਤਿਗੁਰੂ ਅਮਰਦਾਸ ਜੀ ਨੂੰ ਮੇਰੇ ਵੱਲੋਂ ਬੇਨਤੀ ਕਰਨੀ ਕਿ ਮਹਾਰਾਜ ਆਪ ਜੀ ਤੀਰਥਾਂ ਦੀ ਯਾਤਰਾ ਲੋਕਾਂ ਦੇ ਭਲੇ ਵਾਸਤੇ ਕਰ ਲਿਓ, ਨਾਲੇ ਪ੍ਰਚਾਰ ਜੋ ਹੋਵੇਗਾ ਸਿੱਖੀ ਦਾ, ਆਪ ਜੀ ਬੇਨਤੀ ਮੰਨਿਓ। ਗੁਰੂ ਕੇ ਪਿਆਰਿਓ, ਸਤਿਗੁਰੂ ਰਾਮਦਾਸ ਮਹਾਰਾਜ ਜੀ ਉੱਥੋਂ ਤੁਰੇ ਹਨ, ਲਾਹੌਰ ਬਾਜ਼ਾਰ ਦੇ ਵਿੱਚ ਆ ਰਹੇ ਆ। ਬੜਾ ਪ੍ਰੇਮ ਹੈ ਸਤਿਗੁਰੂ ਜੀ ਦੇ ਨਾਲ। ਹੁਣ ਜਿਹੜੇ ਹਿਰਦੇ ਵਿੱਚ ਪ੍ਰੇਮ ਹੈ, ਉਹ ਜਿਹੜੀ ਵੀ ਚੰਗੀ ਪਿਆਰੀ ਵਸਤੂ ਦੇਖਦਾ, ਉਹ ਚਾਹੁੰਦਾ ਕਿ ਮੈਂ ਆਪਣੇ ਪ੍ਰੇਮੀ ਨੂੰ ਦੇ ਦੇਵਾਂ। ਜਿਨ੍ਹਾਂ ਦਾ ਸਤਿਗੁਰਾਂ ਦੇ ਨਾਲ ਪ੍ਰੇਮ ਹੈ, ਉਹ ਵਧੀਆ ਸ਼ਸਤਰ, ਵਧੀਆ ਘੋੜੇ, ਵਧੀਆ ਜੋ ਵੀ ਵਸਤੂਆਂ ਮਨ ਨੂੰ ਪਿਆਰੀਆਂ ਲੱਗਣ ਵਾਲੀਆਂ, ਉਹ ਸਤਿਗੁਰਾਂ ਦੇ ਭੇਟਾ ਕਰ ਦਿੰਦਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਨ ਵਿੱਚ ਬੜਾ ਭਾਰੀ ਪ੍ਰੇਮ ਹੈ। ਬਾਜ਼ਾਰ ਵਿੱਚ ਇੱਕ ਸੁੰਦਰ ਪੁਸ਼ਾਕ ਵੇਖੀ ਹੈ, ਮਨ ਨੂੰ ਪਿਆਰੀ ਲੱਗੀ, ਸੋਚਿਆ ਕਿ ਸਤਿਗੁਰਾਂ ਵਾਸਤੇ ਲੈ ਲਈਏ। ਕੀਮਤ ਪੁੱਛੀ ਤਾਂ ਬੜੀ ਮਹਿੰਗੀ ਸੀ, ਉਹਨੇ ਪੈਸੇ ਕੋਲ ਨਹੀਂ ਸੀ। ਹੁਣ ਧਿਆਨ ਦੇ ਨਾਲ ਉਹ ਪੁਸ਼ਾਕਾਂ ਤੁਹਾਨੂੰ ਗਰੀਬ ਨਵਾਜ਼ ਜੀ ਨੂੰ ਪਹਿਨਾਉਣ ਲੱਗ ਪਏ। ਇਧਰ ਸਤਿਗੁਰੂ ਅਮਰਦਾਸ ਮਹਾਰਾਜ ਸੰਗਤ ਦੇ ਵਿੱਚ ਵਿਰਾਜਮਾਨ ਹਨ, ਗੋਇੰਦਵਾਲ ਸਾਹਿਬ ਵਿਖੇ ਆਪਣੇ ਸਿੰਘਾਸਨ ਤੇ ਬੈਠੇ ਆ। ਸਤਿਗੁਰੂ ਜੀ ਉਸੇ ਤਰ੍ਹਾਂ ਹੀ ਬਾਂਹ ਕਰ ਰਹੇ ਆ, ਉਲਾਰ ਰਹੇ ਆ, ਜਿਵੇਂ ਜਾਮੇ ਦੀ ਜੋ ਬਾਂਹ ਪਾਈ ਜਾਂਦੀ ਹੈ,
ਇਸੇ ਤਰ੍ਹਾਂ ਦੋਵੇਂ ਬਾਹਾਂ ਪਾ ਕੇ ਐ ਸਵਾਰ ਲਿਆ ਜਾਵਾਂ। ਸੰਗਤਾਂ ਵੇਖ ਰਹੀਆਂ ਕਿ ਸਤਿਗੁਰੂ ਜੀ ਕੀ ਕਰ ਰਹੇ ਆ। ਸਤਿਗੁਰਾਂ ਦੇ ਕੌਤਕ ਸਤਿਗੁਰਾਂ ਨੂੰ ਹੀ ਪਤਾ। ਉਧਰੋਂ ਇਸ ਪ੍ਰਕਾਰ ਧਿਆਨ ਦੇ ਨਾਲ, ਪ੍ਰੇਮ ਦੇ ਨਾਲ ਇਹ ਪੁਸ਼ਾਕਾਂ ਪਹਿਨਾ ਕੇ ਸਤਿਗੁਰੂ ਅਮਰਦਾਸ ਜੀ ਨੂੰ ਸ੍ਰੀ ਰਾਮਦਾਸ ਜੀ ਅੱਗੇ ਚੱਲ ਪਏ। ਬਾਜ਼ਾਰ ਦੇ ਵਿੱਚ ਵੇਖਿਆ ਇੱਕ ਬੇਮੌਸਮਾ ਬੜਾ ਹੀ ਸੁੰਦਰ ਫਲ ਹੈ ਅੰਬ। ਉਹ ਪੈਸੇ ਦੇ ਕੇ ਤੇ ਲੈ ਲਿਆ ਕਿ ਸਤਿਗੁਰਾਂ ਨੂੰ ਭੇਟਾ ਕਰਾਂਗੇ, ਲਾਹੌਰ ਆਏ ਆ ਮਹਾਰਾਜ ਜੀ ਦੇ ਵਾਸਤੇ, ਇਹ ਲੈ ਕੇ ਜਾਣਾ ਕੁਝ ਨਾ ਕੁਝ। ਗੁਰੂ ਪ੍ਰੇਮੀਓ, ਚੱਲਦਿਆਂ ਚੱਲਦਿਆਂ ਤੁਰ ਕੇ ਆਉਣਾ ਸੀ। ਇਹ ਭੈਰੋਵਾਲ ਦੇ ਨੇੜੇ ਆਏ। ਸਤਿਗੁਰੂ ਗਰੀਬ ਨਿਵਾਜ ਇੱਕ ਪੈਂਡਾ ਰਹਿ ਗਿਆ ਇੱਕ ਦਿਨ। ਇਹ ਅੰਬ ਜਿਹੜਾ ਨਾ ਹੁਣ ਵੇਖਿਆ ਕਿ ਖਰਾਬ ਹੋ ਰਿਹਾ ਹੈ, ਜ਼ਿਆਦਾ ਪੱਕ ਗਿਆ ਹੈ, ਰਸ ਚੋਣ ਲੱਗ ਪਿਆ ਇਹਦੇ ਵਿੱਚੋਂ। ਅੱਜ ਦਾ ਦਿਨ ਇਹ ਨਹੀਂ ਕੱਢੇਗਾ, ਉੱਥੇ ਤੱਕ ਨਹੀਂ ਪਹੁੰਚੇਗਾ। ਗੁਰੂ ਸਾਹਿਬ ਜੀ ਦਾ ਧਿਆਨ ਧਰ ਕੇ ਉਹ ਅੰਬ ਜੋ ਅਸੀਂ ਛਕ ਲਿਆ। ਜਿਵੇਂ ਜਿਵੇਂ ਗੁਰੂ ਰਾਮਦਾਸ ਜੀ ਅੰਬ ਛਕ ਰਹੇ ਆ, ਗੁਰੂ ਅਮਰਦਾਸ ਜੀ ਦਾ ਧਿਆਨ ਧਰ ਕੇ ਉਸੇ ਤਰ੍ਹਾਂ ਹੀ ਗੁਰੂ ਅਮਰਦਾਸ ਮਹਾਰਾਜ ਉਸ ਅੰਬ ਦਾ ਰਸ ਆਨੰਦ ਲੈ ਰਹੇ ਆ। ਅੰਬ ਚੂਪ ਕਰਕੇ ਜਦੋਂ ਗਿਟਕ ਸੁੱਟੀ ਤਾਂ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਤਰ੍ਹਾਂ ਪਕੜ ਲਈ ਬੁੱਕ ਦੇ ਵਿੱਚ। ਪਕੜ ਕਰਕੇ ਭਾਈ ਬੱਲੂ ਜੋ ਸਤਿਗੁਰੂ ਜੀ ਦਾ ਸੇਵਾਦਾਰ ਹੈ, ਮਹਾਰਾਜ ਜੀ ਨੇ ਭਾਈ ਬੱਲੂ ਨੂੰ ਕਿਹਾ ਕਿ ਇਹਨੂੰ ਸੰਭਾਲ ਕੇ ਰੱਖ, ਤੇਥੋਂ ਲਵਾਂਗੇ। ਪਿਆਰਿਓ, ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸ ਪਹੁੰਚੇ ਹਨ ਸ੍ਰੀ ਰਾਮਦਾਸ ਜੀ। ਸਾਰੀ ਉੱਥੋਂ ਦੀ ਵਾਰਤਾ ਦੱਸੀ। ਧੰਨ ਗੁਰੂ ਅਮਰਦਾਸ ਬੜੇ ਪ੍ਰਸੰਨ ਹੋਏ ਔਰ ਵਚਨ ਕੀਤਾ ਕਿ ਭਾਈ ਬੱਲੂ ਲਿਆਓ ਉਹ ਗਿਟਕ, ਔਰ ਦੱਸਿਆ ਕਿ ਤੁਸੀਂ ਜੋ ਸਾਨੂੰ ਪੁਸ਼ਾਕਾਂ ਪਹਿਨਾਇਆ ਅਸੀਂ ਉਹ ਪ੍ਰਵਾਨ ਕਰ ਲਿਆ। ਤੁਸੀਂ ਜੋ ਇਹ ਅੰਬ ਸਾਨੂੰ ਸਾਡਾ ਧਿਆਨ ਧਰ ਕੇ ਇਹ ਛਕਿਆ, ਇਹ ਸਾਨੂੰ ਮਿਲ ਗਿਆ ਹੈ। ਆਹ ਵੇਖੋ ਗਿਟਕ ਸਾਡੇ ਪਾਸ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਏ, ਮੱਥਾ ਟੇਕਿਆ। ਮਹਾਰਾਜ ਆਪ ਜੀ ਤੋਂ ਬਿਨਾਂ ਹੋਰ ਗਰੀਬ ਨਿਵਾਜ ਕੌਣ ਹੈ? ਆਪ ਜੀ ਜੈਸਾ ਹੋਰ ਕੋਈ ਨਹੀਂ ਸੱਚੇ ਪਾਤਸ਼ਾਹ। ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਬਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਖ ਲੀਏ ਸਰਣਾਏ ਛਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਏ। ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਇਸ ਪ੍ਰਕਾਰ ਸਤਿਗੁਰਾਂ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ। ਹੇ ਗਰੀਬ ਨਵਾਜ, ਆਪ ਜੀ ਜੈਸਾ ਹੋਰ ਕੌਣ ਹੋ ਸਕਦਾ ਹੈ? ਗਰੀਬਾਂ ਨੂੰ ਨਵਾਜਣ ਵਾਲੇ ਹੋ ਆਪ ਜੀ, ਤੁਹਾਡੇ ਕਿਹੜੇ ਕਿਹੜੇ ਗੁਣ ਮੈਂ ਕਹਾਂ। ਗਰੀਬ ਨਵਾਜੀਓ, ਅਸੀਂ ਰੁਲਦੇ ਫਿਰਦੇ ਸਾਂ, ਕੋਈ ਸਾਡੀ ਬਾਤ ਨਹੀਂ ਸੀ ਪੁੱਛਦਾ। ਸਾਨੂੰ ਕੀੜਿਆਂ ਨੂੰ
ਗੁਰ ਪੂਜਨੀਕ ਸਤਿਗੁਰੂ ਜੀਓ ਆਪ ਜੀ ਨੇ ਆਪਣੇ ਨਾਲ ਮਿਲਾ ਲਿਆ। ਧੰਨ ਹੋ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ, ਔਰ ਧੰਨ ਹਨ ਆਪ ਜੀ ਦੇ ਸੇਵਕ ਜਿਨ੍ਹਾਂ ਦੇ ਆਪ ਜੀ ਨਾਲ ਮਿਲ ਕੇ ਸਾਰੇ ਸੋਗ ਸੰਤਾਪ ਚੁੱਕੇ ਗਏ ਹਨ। ਇਸ ਪ੍ਰਕਾਰ ਸਤਿਗੁਰੂ ਗਰੀਬ ਨਿਵਾਜ ਜੀ ਦੇ ਚਰਨਾਂ 'ਚ ਰਹਿ ਕਰਕੇ ਨਿਮਰਤਾ ਨਾਲ, ਪ੍ਰੇਮ ਦੇ ਨਾਲ ਸੇਵਾ ਕਰਦੇ ਰਹੇ। ਸਮਾਂ ਆਇਆ, ਸੰਗਤ ਨੇ ਵਿਚਾਰਿਆ ਕਿ ਸੇਵਾ ਤੇ ਸ਼੍ਰੀ ਰਾਮਦਾਸ ਜੀ ਵੀ ਬਹੁਤ ਕਰਦੇ ਆ, ਔਰ ਵੱਡੇ ਜਵਾਈ ਰਾਮਾ ਜੀ ਵੀ ਬਹੁਤ ਕਰਦੇ ਆ। ਗੁਰੂ ਅਮਰਦਾਸ ਮਹਾਰਾਜ ਇਹ ਗੁਰਗੱਦੀ ਕਿਹਨਾਂ ਨੂੰ ਬਖਸ਼ਿਸ਼ ਕਰਨਗੇ? ਤੇ ਸਮੇਂ ਗੁਰੂ ਕੇ ਪਿਆਰਿਓ, ਅਖੀਰਲੀ ਪਰਖ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਔਰ ਭਾਈ ਰਾਮਾ ਜੀ ਦੀ ਸਤਿਗੁਰੂ ਅਮਰਦਾਸ ਜੀ ਨੇ ਕੀਤੀ। ਥੜਾ ਬਣਾਉਣ ਵਾਸਤੇ ਬੌਲੀ ਸਾਹਿਬ ਦੇ ਪਾਸ ਹੁਕਮ ਕੀਤਾ ਕਿ ਤੁਸੀਂ ਸਾਡੇ ਵਾਸਤੇ ਸੁੰਦਰ ਥੜਾ ਬਣਾਓ, ਅਸੀਂ ਉਹਦੇ ਉੱਪਰ ਬੈਠ ਕਰਕੇ ਸੋ ਸੇਵਾ ਕਰਾਵਾਂਗੇ, ਸੰਗਤਾਂ ਨੂੰ ਦਰਸ਼ਨ ਦਿਆਂਗੇ। ਦੋਨੋਂ ਥੜੇ ਬਣੇ, ਸਾਖੀ ਆਪ ਜੀ ਜਾਣਦੇ ਹੋ। ਸ਼ਾਮ ਨੂੰ ਸਤਿਗੁਰੂ ਜੀ ਆਏ ਔਰ ਮਨ ਕਹਿ ਦਿੱਤਾ ਕਿ ਪੁਰਖਾ ਤੁਹਾਡਾ ਥੜਾ ਚੰਗਾ ਨਹੀਂ ਬਣਿਆ, ਜਿਹੋ ਜਿਹਾ ਅਸੀਂ ਕਿਹਾ ਸੀ ਉਹੋ ਜਿਹਾ ਨਹੀਂ ਹੈ। ਮੁਆਫੀ ਮੰਗੀ। ਮਹਾਰਾਜ ਸਾਡੀ ਅਲਪੱਗ ਬੁੱਧੀ ਹੈ, ਤੁੱਛ ਬੁੱਧੀ ਹੈ, ਅਲਪੱਗ ਜੀਵ ਹਾਂ, ਆਪ ਜੀ ਦੇ ਸਿਧਾਂਤ ਨੂੰ ਹੀ ਸਮਝ ਨਹੀਂ ਸਕੇ। ਮੁਆਫੀ ਦਿਓ, ਅੱਗੇ ਤੋਂ ਕਿਰਪਾ ਕਰੋ, ਸਾਡੇ ਚਿੱਤ ਦਾ ਸੁਧਾਰ ਬਖਸ਼ੋ, ਸਾਨੂੰ ਸ੍ਰੇਸ਼ਟ ਮਤ ਬਖਸ਼ੋ। ਦੁਬਾਰਾ ਲੀਕ ਮਾਰਤੀ ਕਿ ਇਸ ਪ੍ਰਕਾਰ ਦਾ ਥੜਾ ਜੋ ਹੈ ਬਣਨਾ ਚਾਹੀਦਾ। ਭਾਈ ਰਾਮਾ ਜੀ ਦੇ ਪਾਸ ਸਤਿਗੁਰੂ ਜੀ ਗਏ, ਕਹਿਣ ਲੱਗੇ ਪੁਰਖਾ ਥੜਾ ਤੇਰਾ ਵੀ ਠੀਕ ਨਹੀਂ ਬਣਿਆ। ਕਹਿਣ ਲੱਗੇ ਮਹਾਰਾਜ ਜਿਹੋ ਜਿਹਾ ਆਪ ਜੀ ਨੇ ਕਿਹਾ ਸੀ ਉਸੇ ਤਰ੍ਹਾਂ ਹੀ ਬਣਾਇਆ। ਸਤਿਗੁਰਾਂ ਬਚਨ ਕੀਤਾ ਇਹਨੂੰ ਢਾਹ ਦੇ, ਦੁਬਾਰਾ ਬਣਾ। ਚਲੋ ਜੀ ਢਾਤਾ। ਅਗਲੇ ਦਿਨ ਦੁਬਾਰਾ ਜਦੋਂ ਬਣਾਏ ਗਏ, ਸ਼ਾਮ ਨੂੰ ਸਤਿਗੁਰੂ ਜੀ ਆਏ, ਫੇਰ ਬਚਨ ਕੀਤਾ ਕਿ ਤੁਹਾਡੇ ਥੜੇ ਠੀਕ ਨਹੀਂ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨਿਮਰਤਾ ਨਾਲ, ਪ੍ਰੇਮ ਨਾਲ ਅਰਦਾਸਾਂ ਜੋਦੜੀਆਂ ਕਰਦੇ ਆ। ਭਾਈ ਰਾਮਾ ਜੀ ਕਹਿਣ ਲੱਗੇ ਕਿ ਮਹਾਰਾਜ, ਤੀਜੇ ਦਿਨ ਕਹਿਣ ਲੱਗੇ ਮਹਾਰਾਜ ਥੜਾ ਤਾਂ ਉਹੋ ਜਿਹਾ ਹੀ ਬਣਾਇਆ ਜਿਹੋ ਜਿਹਾ ਆਪ ਜੀ ਨੇ ਕਿਹਾ ਸੀ, ਪਰ ਆਪ ਜੀ ਦੀ ਉਮਰ ਵੱਡੇਰੀ ਹੋ ਚੁੱਕੀ ਹੈ, ਇਸ ਕਰਕੇ ਆਪ ਜੀ ਭੁੱਲ ਜਾਂਦੇ ਹੋ। ਗੁਰੂ ਕੇ ਪਿਆਰਿਓ, ਗੁਰੂ ਸਰੀਰ ਨਹੀਂ ਹੈ, ਉਮਰ ਸਰੀਰ ਦੀ ਹੈ। ਸਰੀਰ ਜੰਮਦਾ ਹੈ, ਸਰੀਰ ਬਚਪਨ 'ਚ ਹੁੰਦਾ, ਸਰੀਰ ਕਿਸ਼ੋਰ ਅਵਸਥਾ 'ਚ ਹੁੰਦਾ, ਜਵਾਨੀ 'ਚ ਆਉਂਦਾ, ਪ੍ਰੌਢਿਆ ਅਵਸਥਾ, ਬੁਢੇਪਾ ਹੈ, ਸਰੀਰ ਦਾ ਅੰਤ ਹੁੰਦਾ। ਪਰ ਸਤਿਗੁਰੂ ਤਾਂ ਜੋਤ ਹੈ, ਨਾ ਇਹੋ ਬੁੱਢਾ ਨਾ ਇਹੋ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਲਾ। ਨਾ ਸਤਿਗੁਰੂ ਬੁੱਢੇ ਹਨ ਤੇ ਨਾ ਬਾਲਕ ਹਨ। ਨਹੀਂ ਤਾਂ 18 ਸਾਲ ਤੋਂ ਪਹਿਲਾਂ ਜਾਂ 20 ਸਾਲ ਤੋਂ ਪਹਿਲਾਂ ਬਾਲਗ ਨਹੀਂ ਹੁੰਦਾ, ਬਾਲਕ ਰਹਿੰਦਾ ਹੈ। ਤੇ ਸਤਿਗੁਰੂ ਮਹਾਰਾਜ ਜੀ ਨਾ ਸਤਿਗੁਰਾਂ 8ਵੇਂ ਸਰੂਪ ਵਿੱਚ, ਸੋ ਗੁਰੂ ਕੇ ਪਿਆਰਿਓ 5 ਬਰਸ ਦੀ ਅਜੇ ਅਵਸਥਾ ਹੈ ਸਰੀਰ ਦੀ, ਤੇ ਸਤਿਗੁਰੂ ਸਾਰੀ ਦੁਨੀਆ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਤਖਤ ਦੇ ਸੁਭਾਏਮਾਨ ਹੋ ਕਰਕੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤਾਰ ਰਹੇ ਆ। ਹੁਣ ਇੱਧਰ 84 ਸਾਲ ਦੀ ਉਮਰ ਦੇ ਵਿੱਚ, ਬਿਰਧ ਅਵਸਥਾ ਦੇ ਵਿੱਚ
ਕਿਉਂਕਿ 72 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਵਿੱਚ ਆਏ ਸੀ ਔਰ 12 ਸਾਲ ਸੇਵਾ ਕੀਤੀ। 84 ਸਾਲ ਦੀ ਉਮਰ ਵਿੱਚ ਇਹ ਗੁਰਗੱਦੀ ਪ੍ਰਾਪਤ ਕੀਤੀ ਆ। 106 ਵਰ੍ਹਿਆਂ ਦੀ ਉਮਰ ਦੇ ਵਿੱਚ ਗਰੀਬ ਨਵਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਗੱਦੀ ਬਖਸ਼ਿਸ਼ ਕਰਕੇ ਆਪ ਸੱਚਖੰਡ ਪਿਆਰਨਾ ਕੀਤਾ। ਸੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕਹੇ ਕਿ ਤੂੰ ਸਾਡੀ ਉਮਰ ਪਰਖ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਕੇ ਪਿਆਰਿਓ ਇਸ ਪਰਖ ਵਿੱਚੋਂ ਪਰਖ ਲਿਆ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਗੁਰਗੱਦੀ ਦੇ ਯੋਗ ਹਨ। ਸੰਗਤਾਂ ਨੂੰ ਵਿਖਾ ਦਿੱਤਾ। ਗੁਰੂ ਸੱਚੇ ਪਾਤਸ਼ਾਹ ਜੀ ਸਭ ਵਿਦ ਭਇਓ ਪ੍ਰਸੰਨ। ਸੋ ਸਤਿਗੁਰੂ ਗਰੀਬ ਨਵਾਜ ਜੀ ਨੇ ਗੁਰੂ ਅਮਰਦਾਸ ਜੀ ਦਾ ਜਿਹੜਾ ਮਨ ਸੀ ਗੁਰੂ ਰਾਮਦਾਸ ਜੀ ਤੇ ਮੰਨ ਗਿਆ। ਸਾਰੇ ਤਰ੍ਹਾਂ ਵੇਖ ਕੇ ਪ੍ਰਸੰਨ ਹੋਏ ਔਰ ਰਾਜਯੋਗ ਤਿਲਕ ਦਿਓ ਗੁਰੂ ਰਾਮਦਾਸ। ਇਹ ਰਾਜ ਵਿੱਚ ਰਹਿੰਦਿਆਂ ਹੋਇਆਂ ਗ੍ਰਸਥ ਪਰਿਵਾਰ ਵਿੱਚ ਸਾਰੀ ਸੰਗਤ ਨੂੰ ਸੰਭਾਲਦਿਆਂ ਜੋ ਯੋਗ ਕਮਾਉਣਾ, ਪਰਮੇਸ਼ਰ ਨਾਲ ਜੁੜਨਾ, ਇਹ ਜੋ ਰਾਜਯੋਗ ਤਿਲਕ ਹੈ ਨਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਕਰ ਦਿੱਤਾ। ਗੁਰੂ ਪ੍ਰੇਮੀਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 1631 ਬਿਕਰਮੀ ਸੰਮਤ ਭਾਦਰੋਂ ਸੁਦੀ ਸੋ ਸਤਿਗੁਰੂ ਜੀ ਨੇ ਤ੍ਰয়োਦਸ਼ੀ ਨੂੰ ਸਰੀਰ ਛੱਡਿਆ। ਉਸ ਤੋਂ ਪਹਿਲਾਂ ਮਹਾਰਾਜ ਜੀ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਗੱਦੀ ਦਾ ਤਿਲਕ ਦੇ ਕਰਕੇ ਸੋ ਰਾਮਦਾਸ ਸੋਢੀ ਤਿਲਕ ਦੀਆ ਸਭ ਜਗਤ ਪਿਆਰੀ ਪਾਏ ਜੀਓ। ਸੋਢੀ ਕੁਲ ਦੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਹ ਗੁਰਗੱਦੀ ਦਾ ਤਿਲਕ ਬਖਸ਼ਿਸ਼ ਕਰਕੇ ਸਾਰੇ ਜਗਤ ਨੂੰ ਸਤਿਗੁਰਾਂ ਦੇ ਚਰਨੀ ਪਾਇਆ। ਇਸ ਤਰ੍ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ। ਅਨੇਕਾਂ ਜੀਵਾਂ ਦਾ ਸਤਿਗੁਰਾਂ ਨੇ ਉਧਾਰ ਕੀਤਾ। ਸੋ ਗੁਰ ਇਤਿਹਾਸ ਵਿੱਚ ਬੜਾ ਲੰਮੇਰਾ ਪ੍ਰਸੰਗ ਹੈ ਅਤੇ ਗੁਰੂ ਕੇ ਪਿਆਰਿਓ 30 ਰਾਗਾਂ ਦੇ ਵਿੱਚ ਸਤਿਗੁਰੂ ਰਾਮਦਾਸ ਜੀ ਨੇ ਪਾਵਨ ਬਾਣੀ ਉਚਾਰਨ ਕੀਤੀ ਹੈ, ਜਿਸ ਵਿੱਚ ਲਾਵਾਂ, ਘੋੜੀਆਂ ਬਾਣੀ, ਸੁਖਮਨਾ ਸਾਹਿਬ ਹੋਰ ਬੇਅੰਤ ਬਾਣੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਿੱਖਾਂ ਦੇ ਕਲਿਆਣ ਵਾਸਤੇ ਉਚਾਰਨ ਕੀਤੀ। ਇਹ ਲਾਵਾਂ ਬਾਣੀ ਉਚਾਰ ਕੇ ਸਤਿਗੁਰੂ ਜੀ ਨੇ ਇੱਕ ਗਰੀਬ ਸਿੱਖ ਦੀ ਲੜਕੀ ਦਾ ਆਨੰਦ ਕਾਰਜ ਜੋ ਹੈ ਲਾਵਾਂ ਆਪਣੇ ਉਦਾਲੇ ਪੜ੍ਹਾਈਆਂ। ਸੋ ਇਸ ਪ੍ਰਕਾਰ ਗੁਰਸਿੱਖਾਂ ਨੂੰ ਹੁਕਮ ਕੀਤਾ ਕਿ ਬੇਦੀ ਦਾ ਜਿਹੜਾ ਹੈ ਨਾ ਬੇਦੀ ਉਦਾਲੇ ਲਾਵਾਂ ਨਹੀਂ ਪੜ੍ਹਨੀਆਂ। ਸਾਰੇ ਸਿੱਖਾਂ ਨੇ ਇਹ ਲਾਵਾਂ ਦੀ ਬਾਣੀ ਪੜ੍ਹ ਕੇ 4 ਪ੍ਰਕਰਮਾਂ ਗੁਰੂ ਕੀਆਂ ਕਰਨੀਆਂ ਔਰ ਅੰਮ੍ਰਿਤ ਬਾਣੀ ਦੀਆਂ ਕਰਨੀਆਂ, ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਤੀਆਂ। ਮੂਲ ਮੰਤਰ ਦੀ ਪ੍ਰਕਰਮਾ ਕਰਕੇ ਸਤਿਗੁਰੂ ਜੀ ਨੇ ਆਪਣਾ ਵਿਆਹ ਜੋ ਸੀ ਇਹ ਸੰਪੂਰਨ ਕੀਤਾ ਸੀ। ਸੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਗਰੀਬ ਨਵਾਜ ਸੋਢੀ ਸੁਲਤਾਨ
ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਆਗਿਆ ਦੇ ਨਾਲ ਇਹ ਅੰਮ੍ਰਿਤ ਸਰੋਵਰ ਖੁਦਵਾਇਆ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ, ਬੈਠਾ ਸੋਢੀ ਪਾਤਸ਼ਾਹੋ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਸੋਢੀਆਂ ਦੀ ਕੁਲ ਦੇ ਸ਼੍ਰੋਮਣੀ ਪਾਤਸ਼ਾਹ ਸਤਿਗੁਰੂ ਰਾਮਦਾਸ ਮਹਾਰਾਜ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਰਾਜਮਾਨ ਹਨ। ਭਾਵ ਭਗਤੀ ਦਾ ਉਪਦੇਸ਼ ਵੈਰਾਗ ਦ੍ਰਿੜ ਕਰਾ ਰਹੇ ਹਨ ਸੰਗਤਾਂ ਨੂੰ। ਜੋ ਜੋ ਕਿਸੇ ਦੀ ਭਾਵਨਾ ਦੁੱਧ ਪੁੱਤ ਧਨ ਲਖਮੀ ਸੋ ਦੁਨਿਆਵੀ ਮਰਾਤਬੇ, ਕੋਈ ਗਿਆਨ ਦ੍ਰਿੜ ਚਾਹੁੰਦਾ ਹੈ, ਕੋਈ ਵਿਰਾਗ ਦੀ ਪ੍ਰਾਪਤੀ ਚਾਹੁੰਦਾ। ਸਤਿਗੁਰੂ ਸਾਰਿਆਂ ਨੂੰ ਜੋ ਜੋ ਭਗਤੀ ਦੇ ਦਾਤਾਂ ਮੰਗਦੇ ਆ, ਸਾਰਿਆਂ ਨੂੰ ਦੀਆਂ ਝੋਲੀਆਂ ਭਰੀ ਜਾ ਰਹੇ ਆ। ਬਾਬਾ ਆਦਮ ਜੈਸੇ ਜਿਹੜੇ ਸਾਰੇ ਪਾਸਿਓਂ ਤੋਂ ਫਿਰ ਕੇ ਆ ਗਏ, ਪਰ ਕਿਸੇ ਦਰ ਤੋਂ ਇਹ ਝੋਲੀ ਨਾ ਭਰੀ। ਸੰਤਾਨ ਦੀ ਪ੍ਰਾਪਤੀ ਨਾ ਹੋਈ। ਅਖੀਰ ਨੂੰ ਆ ਕੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੀ ਸੇਵਾ ਕੀਤੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਪ੍ਰਸੰਨ ਹੋ ਕਰਕੇ ਸਿੱਖਾਂ ਦੀ ਸੇਵਾ ਜਿਹੜਾ ਕਰਦਾ ਨਾ, ਸਤਿਗੁਰੂ ਜੀ ਉੱਤੇ ਬੜੇ ਪ੍ਰਸੰਨ ਹੁੰਦੇ ਆ। ਜੋ ਸਿੱਖਾਂ ਨੂੰ ਲੋਚੇ ਤਿਸ ਗੁਰ ਖੁਸ਼ੀ ਆਵੈ। ਜੋ ਸਿੱਖਾਂ ਦੀ ਸੇਵਾ ਕਰਦਾ ਹੈ, ਸਿੱਖਾਂ ਨਾਲ ਪ੍ਰੇਮ ਕਰਦਾ ਹੈ, ਸਤਿਗੁਰੂ ਜੀ ਦੀ ਉਹਦੇ ਤੇ ਪ੍ਰਸੰਨਤਾ ਹੁੰਦੀ ਹੈ। ਵੇਖਿਆ ਕਿ ਬਾਬਾ ਆਦਮ ਜੀ ਨੇ ਸਾਰੀਆਂ ਸੰਗਤਾਂ ਵਾਸਤੇ ਧੂਣੇ ਲਾਏ ਆ। ਸੰਗਤਾਂ ਜੋ ਠਰ ਰਹੀਆਂ ਸੀ, ਇਹ ਸਿੱਖ ਹੁਣ ਸੋ ਅੱਗ ਸੇਕ ਕਰਕੇ ਸੋ ਸੁੱਖ ਲੈ ਰਹੇ ਆ। ਧੰਨ ਗਰੀਬ ਨਿਵਾਜ ਜੀ ਨੇ ਪ੍ਰਸੰਨ ਹੋ ਕਰਕੇ ਬਾਬੇ ਆਦਮ ਜੀ ਨੂੰ ਕੋਲ ਬੁਲਾਇਆ। ਕਹਿਣ ਲੱਗੇ, ਜੋ ਇੱਛਾ ਲੈ ਕੇ ਆਏ ਹੋ ਮੰਗੋ। ਹੁਣ ਮਨ ਵਿੱਚ ਸੰਕੋਚ ਕੀਤਾ ਕਿ 60 ਸਾਲ ਦੀ ਉਮਰ ਹੋ ਗਈ, ਹੁਣ 60 ਸਾਲਾਂ ਦਾ ਬੁੱਢਾ ਹੋ ਜਾਂਦਾ ਬੰਦਾ, ਤੇ ਕਿਵੇਂ ਮੈਂ ਪੁੱਤਰ ਦੀ ਦਾਤ ਮੰਗਾ। ਸੰਕੋਚ ਕਰ ਗਏ। ਸਤਿਗੁਰਾਂ ਨੇ ਕਿਹਾ, ਕੱਲ ਨੂੰ ਆ ਜਿਓ, ਜੇ ਅੱਜ ਨਹੀਂ ਮੰਗ ਸਕਦੇ ਕੱਲ ਨੂੰ ਆ ਜਿਓ। ਘਰ ਗਏ, ਘਰ ਵਾਲੀ ਨੇ ਪੁੱਛਿਆ, ਕਹਿਣ ਲੱਗੀ ਕਿ ਜੋ ਸਤਿਗੁਰੂ ਜੀ ਨੇ ਤੁਹਾਨੂੰ ਸੱਦਿਆ ਸੀ, ਸਤਿਗੁਰਾਂ ਤੋਂ ਵਰ ਲੈ ਲਿਆ ਕਿ ਨਹੀਂ? ਕਹਿੰਦੇ, ਦੱਸਿਆ ਕਿ ਮੈਂ ਸੰਕੋਚ ਕਰ ਰਿਹਾ। ਕਹਿਣ ਲੱਗੀ, ਇਹ ਤੁਸੀਂ ਬੜਾ ਮੌਕਾ ਚੰਗਾ ਸੀ ਹੱਥੋਂ ਗਵਾ ਲਿਆ। ਦੱਸਿਆ ਕਿ ਕੱਲ ਨੂੰ ਫੇਰ ਸਤਿਗੁਰਾਂ ਨੇ ਕਿਹਾ ਕੱਲ ਨੂੰ ਆ ਜਿਓ। ਕਹਿੰਦੀ, ਮੈਂ ਨਾਲ ਜਾਵਾਂਗੀ। ਅਗਲੇ ਦਿਨ ਜਾ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਪੁੱਤਰ ਦੀ ਦਾਤ ਬਖਸ਼ੋ। ਮਹਾਰਾਜ ਨੇ ਕਿਹਾ ਕਿ ਤੁਹਾਡੇ ਸੋ ਕਰਮਾਂ ਵਿੱਚ ਨਹੀਂ ਹੈ, ਭਾਗਾਂ ਵਿੱਚ ਨਹੀਂ ਹੈ, ਪਰ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿੱਖਾਂ ਦੀ ਸੇਵਾ ਕੀਤੀ ਹੈ, ਸੰਗਤ ਦੀ ਸੇਵਾ ਕੀਤੀ ਹੈ, ਇਸ ਕਰਕੇ ਤੁਹਾਨੂੰ ਸੋ ਤੁਹਾਡੇ ਤੇ ਅਸੀਂ ਪ੍ਰਸੰਨ ਹਾਂ। ਭਗਤੀ ਦੀ ਅੰਸ਼ ਵਿੱਚੋਂ ਤੁਹਾਨੂੰ ਇਹ ਪੁੱਤਰ ਬਖਸ਼ਿਸ਼ ਕਰਦੇ ਹਾਂ, ਦਾ ਨਾਮ ਭਗਤੂ ਰੱਖਿਓ, ਬ੍ਰਹਮ ਗਿਆਨੀ ਹੋਵੇਗਾ। ਗੁਰੂ ਪਿਆਰਿਓ, ਭਾਈ ਭਗਤੂ ਜੀ ਨੇ ਭਾਈ ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਰਨ ਰਹਿ ਕੇ ਸੇਵਾ ਕੀਤੀ। 6ਵੇਂ ਪਾਤਸ਼ਾਹ 7ਵੇਂ ਪਾਤਸ਼ਾਹ ਤੱਕ ਸਰੀਰ ਰਿਹਾ। ਬੜੀ ਭਾਰੀ ਗੁਰੂ ਘਰ ਦੀ ਸੇਵਾ ਕੀਤੀ। ਇਸ ਤਰ੍ਹਾਂ ਗੁਰਸਿੱਖਾਂ ਦੀਆਂ ਭਾਵਨਾ ਪੂਰੀਆਂ ਕਰਦੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਬੇਅੰਤ ਸ੍ਰਿਸ਼ਟੀ ਦਾ ਉਧਾਰ ਕੀਤਾ। ਤੇਰਾ ਸਤਿਗੁਰੂ ਜੀ ਦਾ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਮੁਬਾਰਕ ਅੱਜ ਅਵਤਾਰ ਦਿਹਾੜਾ ਹੈ, ਆਗਮਨ ਪੁਰਬ ਹੈ, ਗੁਰਪੁਰਬ ਹੈ। ਸਾਰੀ ਸੰਗਤ ਨੂੰ ਦਾਸਾਂ ਵੱਲੋਂ, ਦਾਸ ਵੱਲੋਂ, ਜਥੇ ਵੱਲੋਂ ਲੱਖ ਲੱਖ ਵਧਾਈ ਹੋਵੇ, ਲੱਖ ਲੱਖ ਵਧਾਈ ਹੋਵੇ। ਗੁਰੂ ਪਿਆਰਿਓ, ਆਓ ਧੰਨ ਗੁਰੂ ਰਾਮਦਾਸ ਜੀ ਨੂੰ ਧੰਨ ਧੰਨ ਕਹਿੰਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਤੇ
ਨਮਸਕਾਰ ਕਰੀਏ। ਔਰ ਇਹ ਜੋ ਕਥਾ ਵਿਚਾਰ ਹੈ ਇੱਥੇ ਹੀ ਸੰਕੋਚ ਕਰਦੇ ਹਾਂ। ਸੋ ਆਓ ਗੁਰੂ ਪਿਆਰਿਓ, ਸਾਰੇ ਹੀ ਬੜੇ ਪ੍ਰੇਮ ਦੇ ਨਾਲ ਧੰਨ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਉਂਦਿਆਂ ਦਾਸ ਦੀ ਫਤਿਹ ਪ੍ਰਵਾਨ ਕਰੋ। ਪ੍ਰੇਮ ਸਹਿਤ ਉਚਾਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।